future birds, welcome back to my channel. ਅੱਜ ਅਸੀਂ ਕਰਨ ਜਾ ਰਹੇ ਹਾਂ ਕਲਾਸ 10th PSCB ਦਾ ਚੈਪਟਰ 4 ਇਕਨੋਮਿਕਸ ਪਾਰਟ 4। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣੇ ਕੋਲ ਹੈ ਕਾਜ਼ਸ ਫॉर ਸਲੋ ਪ੍ਰੋਗਰੈਸ ਆਫ ਇੰਡਸਟਰੀਅਲ ਡਿਵੈਲਪਮੈਂਟ ਆਫ ਦ ਕੰਟਰੀ। ਵੀਡੀਓ ਦੇ ਦੋਨੋਂ ਮੀਡੀਅਮਸ ਦੇ ਵਿੱਚ ਹੋਏਗੀ, ਇੰਗਲਿਸ਼ ਵੀ ਪੰਜਾਬੀ ਵੀ। ਕਹਿੰਦੇ ਕਿ ਕਾਜ਼ਸ ਦੇ ਕਾਰਨ ਕੀ ਨੇ ਕਿ ਜਿਹੜਾ ਇੰਡਸਟਰੀਜ਼ ਦੇ ਡਿਵੈਲਪਮੈਂਟ ਹੈ ਇੰਡੀਆ ਦੇ ਵਿੱਚ ਉਹ ਇੰਨੀ ਸਲੋ ਚੱਲ ਰਹੀ ਹੈ। ਤਾਂ ਜੇ ਆਪਾਂ ਗੱਲ ਕਰੀਏ ਇੰਡੀਆ ਦੀ, ਤਾਂ ਇੰਡੀਆ ਜਿਹੜਾ ਹੈ 10th ਪੋਜੀਸ਼ਨ 'ਤੇ ਆਉਂਦਾ ਹੈ ਇੰਡਸਟਰੀਅਲ ਡਿਵੈਲਪਮੈਂਟ ਦੇ ਵਿੱਚ। ਅਤੇ ਇਹਦੀ ਜਿਹੜੀ ਡਿਵੈਲਪਮੈਂਟ ਹੈ ਬਹੁਤ ਸਲੋ ਹੋ ਰਹੀ ਹੈ ਅਤੇ ਬਹੁਤ ਹੀ ਘੱਟ ਰੇਟ 'ਤੇ ਹੋ ਰਹੀ ਹੈ, ਲੋਅਰ ਰੇਟ 'ਤੇ ਹੋ ਰਹੀ ਹੈ। ਜਿਹੜੀ ਇੰਡਸਟਰੀਅਲ ਹਿਸਟਰੀ ਹੈ ਇੰਡੀਆ ਦੀ ਉਹ ਇਹ ਕਹਿੰਦੀ ਹੈ ਕਿ ਜਦੋਂ ਇੰਡੀਪੈਂਡੈਂਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ ਬਹੁਤ ਲੈਸ ਅਟੈਂਸ਼ਨ ਯਾਨੀ ਘੱਟ ਧਿਆਨ ਦਿੱਤਾ ਜਾਂਦਾ ਸੀ ਇੰਡਸਟਰੀਜ਼ ਲਗਾਉਣ 'ਤੇ। ਪਰ ਇੰਡੀਪੈਂਡੈਂਸ ਤੋਂ ਬਾਅਦ ਸਪੈਸ਼ਲ ਕੰਮ ਕੀਤੇ ਗਏ, ਮੈਜ਼ਰਸ ਕੀਤੇ ਗਏ ਤਾਂ ਕਿ ਜਿਹੜੀ ਇੰਡਸਟਰੀਜ਼ ਹੈ ਉਹ ਥੋੜ੍ਹੀ ਡਿਵੈਲਪ ਹੋਣ। ਨੈਕਸਟ ਆਉਂਦੇ ਇੰਡਸਟਰੀਜ਼ ਜੇ ਆਪਾਂ ਗੱਲ ਕਰੀਏ ਮੇਨ ਉਹ ਕਦੋਂ ਡਿਵੈਲਪ ਹੋਈਆਂ 5 ਈਅਰ ਪਲੈਨਸ ਪੀਰੀਅਡ ਦੇ ਅੰਦਰ ਜੋ 1951 ਤੋਂ ਸਟਾਰਟ ਹੋਇਆ ਸੀ। ਸੋ ਇਹ ਕੁਐਸਚਨ ਆਉਂਦਾ 5 ਈਅਰ ਪਲੈਨਸ ਦਾ ਜਿਹੜਾ ਪੀਰੀਅਡ ਹੈ ਕਿੱਥੋਂ ਸਟਾਰਟ ਹੋਇਆ ਸੀ 1951। ਅਤੇ ਜੇ ਆਪਾਂ ਅੱਗੇ ਚੱਲੀਏ ਕਹਿੰਦੇ ਜਿਹੜਾ ਪ੍ਰੋਸੈਸ ਹੈ, ਜਿਹੜਾ ਸਭ ਇੰਪਰੂਵਮੈਂਟ ਚਾਹੀਦਾ ਇਕਨੋਮਿਕ ਕੰਡੀਸ਼ਨ ਦੇ ਵਿੱਚ ਤਾਂ ਹੀ ਆਪਣਾ ਪਿੱਛੇ ਰਹਿ ਰਿਹਾ ਹੈ। ਨੈਕਸਟ ਹੈ ਆਪਣੇ ਕੋਲ ਫਸਟ ਕੋਜ਼ ਹੈ ਫੋਰਨ ਰੂਲ। ਫੋਰਨ ਰੂਲ ਦੇ ਵਿੱਚ ਕੀ ਹੈ, ਦੇਖੋ ਜਿਹੜਾ ਇੰਗਲਿਸ਼ ਰੂਲ ਹੈ ਆਪਣੇ ਇੰਡੀਆ ਦੇ ਉੱਤੇ 150 ਸਾਲ ਤੱਕ ਰਿਹਾ, ਅੰਗਰੇਜ਼ਾਂ ਦਾ ਰਾਜ 150 ਸਾਲ ਤੱਕ ਰਿਹਾ। ਅਤੇ ਜੇ ਆਪਾਂ ਗੱਲ ਕਰੀਏ ਇਸ ਪੀਰੀਅਡ ਦੇ ਦੌਰਾਨ ਇਹਨਾਂ ਨੇ ਕੀ ਕੀਤਾ, ਸਾਰੀ ਕਾਟੇਜ ਅਤੇ ਸਮਾਲ ਸਕਿਲ ਇੰਡਸਟਰੀਜ਼ ਨੂੰ ਡਿਸਟਰੋਏ ਕਰਤਾ, ਖ਼ਤਮ ਕਰਤਾ ਇੰਡੀਆ ਦੇ ਵਿੱਚੋਂ। ਅਤੇ ਉਹਨਾਂ ਨੂੰ ਰॉ ਮਟੀਰੀਅਲ ਐਕਸਪੋਰਟਿੰਗ ਮਾਰਕੀਟ ਬਣਾਤਾ, ਯਾਨੀ ਕੱਚਾ ਮਾਲ ਦੀ ਐਕਸਪੋਰਟ ਕਰਨ ਵਾਲੀ ਮਾਰਕੀਟ ਬਣਾਤਾ। ਅਤੇ ਜਿਹੜੀਆਂ ਫਿਊ ਇੰਡਸਟਰੀਜ਼ ਸੈਟਅਪ ਹੋਈਆਂ ਵੀ ਕੰਟਰੀ ਦੇ ਵਿੱਚ, ਯਾਨੀ ਕੁਛ ਇੰਡਸਟਰੀਜ਼ ਜਿਹੜੀਆਂ ਸੈਟਅਪ ਹੋਈਆਂ ਕੰਟਰੀ ਦੇ ਵਿੱਚ, ਉਹ ਕਿਹਦਾ ਰਿਜ਼ਲਟ ਸੀ, ਪ੍ਰਾਈਵੇਟ ਜਿਹੜੇ ਇੰਡੀਵਿਜੂਅਲ ਹੈ ਉਹਨਾਂ ਦੇ ਐਫਰਟਸ ਦਾ, ਉਹਨਾਂ ਦੇ ਜਿਹੜੀ ਉਹਨਾਂ ਨੇ ਕੀਤੀਆਂ ਸੀ ਐਫਰਟਸ, ਉਹਨਾਂ ਦਾ ਰਿਜ਼ਲਟ ਸੀਗਾ। ਨੈਕਸਟ ਹੈ ਜਿਹੜੀ ਇੰਗਲਿਸ਼ ਗੌਰਮੈਂਟ ਹੈ ਉਹ ਇੱਕ ਪੋਲਿਸੀ ਨੂੰ ਫੋਲੋ ਕਰਦੀ ਸੀ, ਡਿਸਕ੍ਰਿਮੀਨੇਟਿੰਗ ਪ੍ਰੋਟੈਕਸ਼ਨ ਪੋਲਿਸੀ। ਇਹਦੇ ਨਾਲ ਕੁਛ ਹੀ ਇੰਡਸਟਰੀਜ਼ ਨੂੰ ਫਾਇਦਾ ਹੁੰਦਾ ਸੀ। ਨੈਕਸਟ ਹੈ ਸਕਾਰਸਿਟੀ ਆਫ ਕੈਪੀਟਲ। ਦੇਖੋ ਇੰਡੀਆ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਕੈਪੀਟਲ ਦੀ ਬਹੁਤ ਕਮੀ ਹੈ। ਜਿਹੜੀ ਇੰਡਸਟਰੀਜ਼ ਹੈ ਉਹਨਾਂ ਦੇ ਡਿਵੈਲਪ ਹੋਣ ਲਈ ਕੈਪੀਟਲ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਇੰਡੀਆ ਦੇ ਵਿੱਚ ਮੈਜੋਰਿਟੀ ਜਿਹੜੀ ਲੋਕ ਹੈ ਯਾਨੀ ਜ਼ਿਆਦਾਤਰ ਜਿਹੜੇ ਲੋਕ ਹੈ ਉਹ ਕੀ ਹੈ, ਗਰੀਬ ਹੈ। ਅਤੇ ਉਹ ਕੀ ਕਰਦੇ ਨੇ, ਕੈਪੀਟਲ ਨੂੰ ਐਕਿਊਮੂਲੇਟ ਨਹੀਂ ਕਰ ਸਕਦੇ, ਐਫੋਰਡ ਨਹੀਂ ਕਰ ਸਕਦੇ। ਅਤੇ ਜਿਹੜੇ ਪੀਪਲ ਜਿਨ੍ਹਾਂ ਕੋਲ ਕੈਪੀਟਲ ਹੈ ਵੀ ਹੈ ਉਹ ਜ਼ਿਆਦਾਤਰ ਕੀ ਕਰਦੇ ਨੇ, ਉਹ ਚਾਹੁੰਦੇ ਨੇ ਕਿ ਅਸੀਂ ਇੰਡਸਟਰੀ ਦੇ ਵਿੱਚ ਇਨਵੈਸਟ ਨਾ ਕਰੀਏ। ਉਹ ਡਰਦੇ ਨੇ ਇਨਵੈਸਟ ਕਰਨ ਤੋਂ ਇੰਡਸਟਰੀ ਦੇ ਵਿੱਚ ਕਿ ਉਹਨਾਂ ਦਾ ਪੈਸਾ ਖਤਮ ਨਾ ਹੋ ਜੇ। ਉਹ ਕੋਈ ਹੋਰ ਸੇਫ ਐਕਟੀਵਿਟੀ ਦੇ ਵਿੱਚ ਇਨਵੈਸਟ ਕਰ ਦਿੰਦੇ ਨੇ ਆਪਣੇ ਪੈਸੇ, ਲਾਈਕ ਪਰਚੇਜ਼ ਆਫ ਪ੍ਰੋਪਰਟੀ, ਗੌਰਮੈਂਟ ਬੋਰਡਸ, ਬਿਜ਼ਨਸ, ਗੋਲਡ, ਜਾਂ ਆਪਣੇ ਘਰਾਂ ਦੀ ਕੰਸਟਰਕਸ਼ਨ ਵਗੈਰਾ ਕਰਵਾ ਲੈਂਦੇ ਹੈ ਅਤੇ ਇੰਡਸਟਰੀਜ਼ ਦੇ ਵਿੱਚ ਆਪਣੀ ਮਨੀ ਇਨਵੈਸਟ ਨਹੀਂ ਕਰਦੇ। ਨੈਕਸਟ ਹੈ ਸ਼ਾਰਟੇਜ ਆਫ ਸਕਿਲਡ ਵਰਕਰਸ। ਇੰਡੀਆ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਹਾਰਡ ਵਰਕਿੰਗ ਯਾਨੀ ਮਿਹਨਤੀ ਅਤੇ ਓਨੈਸਟ ਯਾਨੀ ਇਮਾਨਦਾਰ ਦੋਨੋਂ ਹੀ ਵਰਕਰਸ ਦੀ ਕਮੀ ਹੈ। ਬਹੁਤ ਜ਼ਿਆਦਾ ਮਾਡਰਨ ਇੰਡਸਟਰੀਜ਼ ਨੂੰ ਰਨ ਕਰਨ ਲਈ ਰਿਕੁਆਇਰ ਹੁੰਦੀ ਹੈ, ਜ਼ਰੂਰਤ ਹੁੰਦੀ ਹੈ ਸਕਿਲਡ ਵਰਕਰਸ ਦੀ, ਤਾਂ ਕਿ ਜਿਹੜੀ ਇੰਡਸਟਰੀ ਹੈ ਪ੍ਰੋਪਰ ਵੇ ਦੇ ਵਿੱਚ ਕੰਮ ਕਰੇ। ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਸ਼ਾਰਟੇਜ ਹੈ ਸਕਿਲਡ ਅਤੇ ਓਨੈਸਟ ਲੇਬਰਸ ਦੀ। ਉਸ ਤੋਂ ਬਾਅਦ ਜਿਹੜੀ ਮੋਸਟ ਆਫ ਦ ਵਰਕਰਸ, ਜ਼ਿਆਦਾਤਰ ਜਿਹੜੇ ਵਰਕਰਸ ਹੈ ਉਹ ਫਾਰਮਰਸ ਬਣ ਕੇ ਐਗਰੀਕਲਚਰ ਦਾ ਹੀ ਕੰਮ ਕਰ ਰਹੇ ਨੇ। ਉਹ ਕੀ ਕਰਦੇ ਨੇ, ਜੇ ਸ਼ਹਿਰ ਆਉਂਦੇ ਵੀ ਨੇ ਤਾਂ ਥੋੜ੍ਹੇ ਟਾਈਮ ਲਈ ਜੋਬ ਕਰਦੇ ਨੇ, ਕੋਈ ਸਪੈਸ਼ਲ ਜਾਂ ਨੈਸੈਸਰੀ ਜ਼ਰੂਰੀ ਟ੍ਰੇਨਿੰਗ ਨਹੀਂ ਲੈਂਦੇ ਕਿਸੇ ਵੀ ਇੰਡਸਟਰੀ 'ਚ ਕੰਮ ਕਰਨ ਲਈ। ਅਤੇ ਜਿਹੜਾ ਵੀ ਫਿਰ ਉਹ ਕੰਮ ਕਰਦੇ ਨੇ ਓਬਵੀਅਸਲੀ ਜਿਹਨਾਂ ਕੋਲ ਟ੍ਰੇਨਿੰਗ ਦੀ ਹੈ ਤਾਂ ਪੂਅਰ ਕੁਆਲਿਟੀ ਦਾ ਕੰਮ ਹੁੰਦਾ ਹੈ ਅਤੇ ਬਹੁਤ ਕੋਸਟਲੀ ਪੈ ਜਾਂਦਾ ਹੈ, ਯਾਨੀ ਬਹੁਤ ਜ਼ਿਆਦਾ ਪੈਸੇ ਵਾਲਾ ਮਹਿੰਗਾ ਪੈ ਜਾਂਦਾ, ਜਿਵੇਂ ਆਪਾਂ ਕਹਿੰਦੇ ਮਹਿੰਗਾ ਹੀ ਪੈ ਗਿਆ। ਨੈਕਸਟ ਹੈ ਸ਼ਾਰਟੇਜ ਆਫ ਚੀਪ ਐਨਰਜੀ ਰਿਸੋਰਸਿਸ। ਜਿਹੜੇ ਵੀ ਐਨਰਜੀ ਰਿਸੋਰਸਿਸ ਹੈ ਆਪਣੀ ਇੰਡੀਆ ਦੇ ਵਿੱਚ 3 ਰਿਸੋਰਸਿਸ ਹੈ ਉਹਨਾਂ ਦੀ ਇੰਡੀਆ ਦੇ ਵਿੱਚ ਸ਼ਾਰਟੇਜ ਹੈ। ਚੀਪ ਐਨਰਜੀ ਰਿਸੋਰਸਿਸ ਜ਼ਰੂਰੀ ਹੁੰਦੇ ਨੇ ਕਿਸੇ ਵੀ ਇੰਡਸਟਰੀ ਨੂੰ ਚਲਾਉਣ ਲਈ। 3 ਮੇਨ ਐਨਰਜੀ ਰਿਸੋਰਸਿਸ ਹੈ ਇੰਡੀਆ ਦੇ ਵਿੱਚ, ਕਿਹੜੇ-ਕਿਹੜੇ ਹੈ, ਕੋਲ, ਓਇਲ ਐਂਡ ਇਲੈਕਟ੍ਰੀਸਿਟੀ। ਕੋਲਾ, ਤੇਲ ਅਤੇ ਬਿਜਲੀ। ਜਿਹੜਾ ਕੋਇਲਾ ਹੈ ਆਪਾਂ ਨੂੰ ਬਹੁਤ ਪੂਅਰ ਕੁਆਲਿਟੀ ਦੇ ਵਿੱਚ ਇੰਡੀਆ ਦੇ ਵਿੱਚ ਪਾਇਆ ਜਾਂਦਾ ਹੈ। ਅਤੇ ਜਿਹੜੀ ਕੋਲ ਮਾਈਨਸ ਹੈ ਯਾਨੀ ਕੋਲ ਦੀ ਜਿਹੜੀ ਖਾਣਾਂ ਨੇ ਉਹ ਵੀ ਸਪੈਸੀਫਿਕ ਕੁਛ ਏਰੀਆਜ਼ ਦੇ ਵਿੱਚ ਹੀ ਹੈ, ਲਾਈਕ ਬਿਹਾਰ ਹੋ ਗਿਆ, ਵੈਸਟ ਬੰਗਾਲ ਹੋ ਗਿਆ। ਤਾਂ ਜਿਹੜਾ ਆਪਾਂ ਦੇਖੀਏ ਬਹੁਤ ਜ਼ਿਆਦਾ ਪਿੱਟਾ ਟਰਾਂਸਪੋਰਟ ਲੱਗਦਾ ਹੈ ਇਹ ਏਰੀਆਜ਼ ਤੋਂ ਬਾਕੀ ਏਰੀਆਜ਼ ਦੇ ਵਿੱਚ ਕੋਲ ਨੂੰ ਪਹੁੰਚਾਉਣ ਦੇ ਵਿੱਚ। ਅਤੇ ਬਾਕੀ ਜੇ ਆਪਾਂ ਗੱਲ ਕਰੀਏ ਇਲੈਕਟ੍ਰੀਸਿਟੀ ਦੀ, ਤਾਂ ਇਲੈਕਟ੍ਰੀਸਿਟੀ ਦੀ ਡਿਵੈਲਪਮੈਂਟ ਨਾ ਹੋਣ ਕਰਕੇ ਆਪਾਂ ਇੰਨੀ ਪ੍ਰੋਡਿਊਸ ਨਹੀਂ ਕਰ ਪਾ ਰਹੇ, ਜਦ ਕਿ ਆਪਾਂ ਐਬੰਡੈਂਸ ਦੇ ਵਿੱਚ ਜਨਰੇਟ ਕਰ ਸਕਦੇ ਹਾਂ ਪਰ ਆਪਾਂ ਨਹੀਂ ਕਰ ਪਾ ਰਹੇ।
ਨੈਕਸਟ ਹੈ ਜਿਹੜੀ ਲੋਟ ਆਫ ਮਨੀ ਹੈ ਉਹੀ ਚੀਜ਼ ਹੈ ਕਿ ਜਿਹੜੀ ਮਨੀ ਸੈਂਟ ਹੁੰਦੀ ਹੈ ਦੂਜੇ ਪਾਰਟਸ ਦੇ ਕੰਟਰੀ ਵਿੱਚ ਦੇਣ ਦੇ ਵਿੱਚ। ਨੈਕਸਟ ਜਿਹੜਾ ਇੰਡੀਆ ਹੈ ਆਇਲ ਦੇ ਲਈ ਤੇਲ ਦੇ ਲਈ ਉਹਨੂੰ ਫੋਰਨ ਕੰਟਰੀ 'ਤੇ ਡਿਪੈਂਡ ਹੋਣਾ ਪੈਂਦਾ ਹੈ। ਜਿਹੜੇ ਆਇਲ ਪ੍ਰਾਈਸਿਸ ਹੈ ਉਹ ਵੀ ਕਾਫੀ ਫੋਲਡਸ ਤੋਂ 1973 ਤੋਂ ਇੰਕਰੀਜ਼ ਹੋ ਰਹੇ ਨੇ। ਨੈਕਸਟ ਹੈ ਸ਼ਾਰਟੇਜ ਆਫ ਐਫੀਸ਼ੀਐਂਟ ਮੈਨੇਜਰਸ। ਇੰਡੀਆ ਦੇ ਵਿੱਚ ਜਿਹੜੇ ਐਫੀਸ਼ੀਐਂਟ ਮੈਨੇਜਰਸ ਹੈ ਉਹਨਾਂ ਦੀ ਵੀ ਕਮੀ ਹੈ, ਸ਼ਾਰਟੇਜ ਹੈ। ਇੰਡੀਆ ਦੇ ਵਿੱਚ ਕਾਬਿਲ ਅਤੇ ਐਫੀਸ਼ੀਐਂਟ ਮੈਨੇਜਰ ਜਿਹੜੇ ਮੈਨੇਜਰਸ ਚਾਹੀਦੇ ਹੁੰਦੇ ਨੇ ਉਹਨਾਂ ਦੀ ਸ਼ਾਰਟੇਜ ਹੈ ਅਤੇ ਇੰਡਸਟਰੀਅਲਿਸਟ ਨੂੰ ਇਸ ਗੱਲ ਤੋਂ ਬਹੁਤ ਔਖਾ ਹੁੰਦਾ। ਜਿਹੜੀ ਇੰਡੀਆ ਹੈ ਉਹ ਐਗਰੀਕਲਚਰ ਡੋਮੀਨੇਟਿੰਗ ਕੰਟਰੀ ਹੈ, ਯਾਨੀ ਹਰ ਚੀਜ਼ 'ਚ ਐਗਰੀਕਲਚਰ ਅੱਗੇ ਹੈ ਕਿਉਂਕਿ ਇੱਥੋਂ ਦਾ ਜਿਹੜਾ ਸੋਸ਼ਲ ਐਟਮੋਸਫੇਅਰ ਹੈ ਉਹ ਇਸੇ ਚੀਜ਼ ਨੂੰ ਪ੍ਰੀਵੇਲ ਕਰਦਾ ਹੈ। ਅਤੇ ਜੇ ਆਪਾਂ ਗੱਲ ਕਰੀਏ ਐਜੂਕੇਸ਼ਨ ਫੈਸਿਲਿਟੀਜ਼ ਵੀ ਇੰਨੀ ਇੰਡੀਆ ਦੇ ਵਿੱਚ ਹੈ ਨਹੀਂ, ਤਾਂ ਕਰਕੇ ਇਹ ਚੀਜ਼ ਐਗਰੀਕਲਚਰ ਨੂੰ ਜ਼ਿਆਦਾ ਪ੍ਰਮੋਟ ਕਰਦੀ ਹੈ। ਜਿਹੜੇ ਐਜੂਕੇਟਡ ਪੀਪਲ ਹੈ ਉਹ ਵੀ ਕਿਸੇ ਇੰਡਸਟਰੀ ਦੇ ਵਿੱਚ ਉਹਨੂੰ ਚਲਾਉਣਾ ਨਹੀਂ ਚਾਹੁੰਦੇ ਕਿਉਂਕਿ ਜਿਹੜੇ ਐਜੂਕੇਟਡ ਪੀਪਲ ਹੈ ਉਹ ਹਮੇਸ਼ਾ ਕੀ ਕਰਦੇ ਨੇ, ਜਾਂ ਤਾਂ ਕਲਰਸ਼ੀਅਲ ਕੰਮ ਕਲੈਰੀਕਲ ਕੰਮ ਕਰਨਾ ਚਾਹੁੰਦੇ ਨੇ ਜਾਂ ਕੋਈ ਗੌਰਮੈਂਟ ਸਰਵਿਸ ਕਰਨਾ ਚਾਹੁੰਦੇ, ਕੋਈ ਵੀ ਇੰਡਸਟਰੀ ਰਨ ਨਹੀਂ ਕਰਨਾ ਚਾਹੁੰਦਾ। ਨੈਕਸਟ ਹੈ ਇੰਡੀਆ ਦੇ ਵਿੱਚ ਰॉ ਮਟੀਰੀਅਲ ਦੀ ਵੀ ਕਮੀ ਹੈ। ਇੰਡੀਆ ਦੇ ਵਿੱਚ ਆਪਾਂ ਗੱਲ ਕਰੀਏ ਜਿਹੜਾ ਰॉ ਮਟੀਰੀਅਲ ਇੰਡਸਟਰੀਜ਼ ਦੀ ਉਹ ਅਵੇਲੇਬਲ ਤਾਂ ਹੈ ਬਟ ਬਹੁਤ ਲੈਸ ਕੁਆਂਟਿਟੀ ਦੇ ਵਿੱਚ ਹੈ, ਇਹ ਬਹੁਤ ਘੱਟ ਮਾਤਰਾ ਦੇ ਵਿੱਚ ਹੈ ਅਤੇ ਪੂਅਰ ਕੁਆਲਿਟੀ ਦਾ। ਜੇ ਪਾਰਟੀਸ਼ਨ ਤੋਂ ਬਾਅਦ ਦੀ ਗੱਲ ਕਰੀਏ ਤਾਂ ਜਿਹੜੀ ਕੰਟਰੀ ਹੈ ਉਹਦੇ ਵਿੱਚ ਜੂਟ ਅਤੇ ਕਾਟਨ ਦੀ ਬਹੁਤ ਸ਼ਾਰਟੇਜ ਹੋ ਗਈ ਸੀ, ਇੱਕਦਮ ਕਮੀ ਹੋ ਗਈ ਸੀ, ਤਾਂ ਬਹੁਤ ਸਾਰੀ ਮਨੀ ਲੱਗੀ ਸੀ ਫੋਰਨ ਕੰਟਰੀਜ਼ ਤੋਂ ਇਹ ਸਾਰੀ ਚੀਜ਼ਾਂ ਇੰਪੋਰਟ ਕਰਨ ਤੋਂ, ਮੰਗਾਉਣ 'ਤੇ, ਜਿਹਦਾ ਰਿਜ਼ਲਟ ਕੀ ਹੋਇਆ ਪ੍ਰੋਡਕਸ਼ਨ ਦੀ ਜਿਹੜੀ ਕੋਸਟ ਹੈ, ਹੁਣ ਜਿਵੇਂ ਆਪਾਂ ਕਾਟਨ ਦੇ ਜੂਟ ਮੰਗਾਈ ਉਸ ਤੋਂ ਬਾਅਦ ਉਹਨੂੰ ਮੈਨੂਫੈਕਚਰ ਕਰਕੇ ਜੋ ਵੀ ਪ੍ਰੋਡਕਟ ਬਣਾਇਆ ਉਹਦੀ ਕੋਸਟ ਫਿਰ ਹਾਈ ਹੋ ਗਈ। ਨੈਕਸਟ ਆਉਂਦਾ ਜਿਹੜੇ ਪੂਅਰ ਕੁਆਲਿਟੀ ਗੁੱਡਸ ਹੈ ਪ੍ਰੋਡਿਊਸ ਹੋਏ ਉਹ ਕੀ ਹੈ, ਪੂਅਰ ਕੁਆਲਿਟੀ ਦੇ ਹੈ, ਮਤਲਬ ਆਪਾਂ ਇੰਪੋਰਟ ਕਰਕੇ ਜਿਹੜੇ ਮਹਿੰਗੇ ਬਣਾਏ ਕੁਆਲਿਟੀ ਵੀ ਪੂਅਰ ਉਹਨਾਂ ਦੀ। ਅਤੇ ਇੰਡੀਆ ਦੇ ਵਿੱਚ ਤਾਂ ਫਿਊ ਮਿਨਰਲਸ ਹੈ ਉਹਨਾਂ ਦੀ ਵੀ ਸ਼ਾਰਟੇਜ ਹੈ, टिन हो गया, ग्लास हो गया, सल्फर हो गया, जिंक हो गया, सारिਆਂ ਦੀ कमी है इंडिया ਦੇ ਵਿੱਚ। ਹੋਰ भी बहुत सारे मिनरल्स है जिन्हों की इंडिया ਦੇ ਵਿੱਚ बहुत कमी है, जिन्हों ने प्रूफ करता कि इंडस्ट्रीलाइजेशन कंट्री ਦੇ ਵਿੱਚ ਕੀ ਹੈ ਹਾਈਮਰੇਸ प्रूफ कर रहे हैं। नैक्सट है पॉवर्टी। पॉवर्टी मीनस गरीबी। इंडिया जी एक पुअर कंट्री है, ये ਜਿਹੜੀ ਕੋਸਟਲੀ ਇੰਡਸਟਰੀਅਲ ਗੁੱਡਸ ਹੈ ਯਾਨੀ ਜਿਹੜੇ ਮਹਿੰਗੇ ਇੰਡਸਟਰੀ ਤੋਂ ਪ੍ਰੋਡਕਟਸ ਬਣਦੇ ਉਹਨਾਂ ਦੀ ਜਿਹੜੀ ਡਿਮਾਂਡ ਹੈ ਉਹ ਪੂਅਰ ਪੀਪਲ ਲਈ ਲਿਮਿਟਡ ਹੈ। ਨੈਕਸਟ ਹੈ ਜਿਹੜੀ ਰੇਟ ਹੈ ਇੰਡਸਟਰੀਅਲ ਪ੍ਰੋਗਰੈਸ ਦਾ ਉਹ ਬਹੁਤ ਸਲੋ ਚੱਲ ਰਿਹਾ ਬਿਕੋਜ਼ ਡਿਮਾਂਡ ਹੀ ਨਹੀਂ ਹੈ। ਮੈਜੋਰਟੀ ਦੇ ਲੋਕ ਪੂਅਰ ਹੈ, ਉਹ ਮਾਲ ਵਗੈਰਾ ਦੇ ਵਿੱਚ ਜਿਹੜੇ ਮਹਿੰਗੇ ਸਮਾਨ ਮਿਲਦੇ ਉਹਨੂੰ ਐਫਰਟ ਨਹੀਂ ਕਰ ਸਕਦੇ, ਇਸ ਲਈ ਚੀਜ਼ਾਂ ਦੀ ਜਿਹੜੀ ਹੈ ਜਿਹੜੇ ਵੱਡੇ ਕੋਸਟਲੀ ਗੁੱਡਸ ਹੈ ਉਹਨਾਂ ਦੀ ਡਿਮਾਂਡ ਘੱਟ ਹੈ। ਜੇ ਆਪਾਂ ਪੋਵਰਟੀ ਦੀ ਗੱਲ ਕਰੀਏ, ਪੋਵਰਟੀ ਦੇ ਕਾਰਨ ਜਿਹੜੀ ਸੇਵਿੰਗਸ ਹੈ ਉਹ ਵੀ ਘੱਟ ਹੈ, ਜਿਹਦਾ ਰਿਜ਼ਲਟ ਕੀ ਹੈ ਲੋਕ ਇਨਵੈਸਟ ਵੀ ਨਹੀਂ ਕਰ ਪਾਉਂਦੇ, ਸੋ ਇਨਵੈਸਟਮੈਂਟ ਵੀ ਲੈਸ ਹੈ। ਨੈਕਸਟ ਆਉਂਦੀ ਹੈ ਸ਼ਾਰਟੇਜ ਆਫ ਫਾਈਨੈਂਸ਼ੀਅਲ ਆਰਗੇਨਾਈਜੇਸ਼ਨ। ਹਰ ਇੰਡਸਟਰੀ ਨੂੰ ਫਾਈਨੈਂਸ ਚਾਹੀਦਾ ਹੁੰਦਾ ਟਾਈਮ ਟੂ ਟਾਈਮ ਜੇ ਆਪਾਂ ਇੰਡਸਟਰੀ ਚਲਾਉਣਾ ਚਾਹੁੰਦੇ ਹਾਂ। ਜਿਹੜਾ ਫਾਈਨੈਂਸ ਹੈ ਜੇ ਕਿਸੇ ਇੰਡਸਟਰੀ ਨੂੰ ਘੱਟ ਰੇਟ ਇੰਟਰਸਟ 'ਤੇ ਘੱਟ ਰੇਟ 'ਤੇ ਜਿੰਨਾ ਉਹਨੂੰ ਚਾਹੀਦਾ ਸਫੀਸ਼ੀਐਂਟ ਕੁਆਂਟਿਟੀ ਦੇ ਵਿੱਚ ਮਿਲ ਰਿਹਾ ਹੈ ਤਾਂ ਹੀ ਇੰਡਸਟਰੀ ਪ੍ਰੋਗਰੈਸ ਕਰ ਸਕਦੀ ਹੈ। ਆਪਣੇ ਇੰਡੀਆ ਦੇ ਵਿੱਚ ਸ਼ਾਰਟੇਜ ਹੈ ਫਾਈਨੈਂਸ਼ੀਅਲ ਆਰਗੇਨਾਈਜੇਸ਼ਨ ਦੀ, ਜਿਵੇਂ ਇੰਡਸਟਰੀਅਲ ਬੈਂਕ ਹੋ ਗਏ, ਹੋਣੇ ਚਾਹੀਦੇ ਨੇ ਜਿਹੜੇ ਲੌਂਗ ਟਰਮ ਲੋਨਸ ਪ੍ਰੋਵਾਈਡ ਕਰਨ ਇੰਡਸਟਰੀ ਨੂੰ ਘੱਟ ਰੇਟ ਆਫ ਇੰਟਰਸਟ 'ਤੇ। ਜੇ ਇੰਡੀਪੈਂਡੈਂਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੋਈ ਵੀ ਇੰਡਸਟਰੀਅਲ ਬੈਂਕ ਨਹੀਂ ਸੀਗਾ, ਪਰ ਹੁਣ ਕੁਝ ਫਾਈਨੈਂਸ਼ੀਅਲ ਆਰਗੇਨਾਈਜੇਸ਼ਨ ਸੈੱਟ ਕੀਤੇ ਗਏ ਨੇ, ਪਰ ਇਹ ਮਿਲ ਕੇ ਵੀ ਹਜੇ ਵੀ ਇੰਡਸਟਰੀਜ਼ ਦੀ ਪੂਰੀ ਨੀਡ ਨੂੰ ਫੁਲਫਿਲ ਨਹੀਂ ਕਰ ਪਾ ਰਹੇ। ਨੈਕਸਟ ਆਉਂਦਾ ਅਨਪਲੈਨਡ ਡਿਵੈਲਪਮੈਂਟ। ਇੰਡੀਆ ਦੇ ਵਿੱਚ ਜਿਹੜੀ ਇੰਡਸਟਰੀਜ਼ ਹੈ ਉਹ ਪਲੈਨਡ ਕਰਕੇ ਨਹੀਂ ਸੈੱਟ ਕੀਤੀਆਂ ਗਈਆਂ। ਕੁਝ ਸਿਟੀਜ਼ ਲੈ ਲਓ, ਮੁੰਬਈ, ਕੋਲਕਾਤਾ, ਅਹਿਮਦਾਬਾਦ, ਚੇਨਈ, ਦਿੱਲੀ, ਬੈਂਗਲੋਰ, ਇੱਥੇ ਸਾਰੀ ਹੀ ਇੰਡਸਟਰੀ ਸੈਟਅਪ ਹੈ, ਜਦਕਿ ਜਿਹੜੇ ਦੂਜੇ ਏਰੀਆਜ਼ ਹੈ ਉਹ ਇੰਡਸਟਰੀਜ਼ ਤੋਂ ਜੇ ਬੈਕਵਰਡ ਚੱਲ ਰਹੇ ਨੇ। ਸੋ ਇਹ ਜਿਹੜੀ ਅਨਪਲੈਨਡ ਸੈਟਿੰਗ ਇੰਡਸਟਰੀਜ਼ ਇਹ ਹਾਰਮਫੁਲ ਹੈ ਕਿਸੇ ਵੀ ਕੰਟਰੀ ਦੀ ਇਕਨੋਮਿਕ ਪੁਆਇੰਟ ਆਫ ਵਿਊ ਤੋਂ। ਅਤੇ ਜੇ ਆਪਾਂ ਵਾਰ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਇਹ ਇੰਪਰੋਪਰ ਹੈ, ਅਤੇ ਜੇ ਸੋਸ਼ਲ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਅਨਵਾਂਟਡ ਹੈ। ਨੈਕਸਟ ਹੈ ਲੈਸ ਡਿਵੈਲਪਮੈਂਟ ਆਫ ਟਰਾਂਸਪੋਰਟ ਐਂਡ ਕਮਿਊਨੀਕੇਸ਼ਨ। ਦੇਖੋ ਜੇ ਹੁਣ ਆਪਣੇ ਕੋਲ ਟਰਾਂਸਪੋਰਟ ਹੀ ਨਹੀਂ ਹੋਏਗਾ ਤਾਂ ਜਿਹੜਾ ਗੁੱਡਸ ਮੈਨੂਫੈਕਚਰ ਹੋ ਗਏ ਉਹਨੂੰ ਮਾਰਕੀਟ ਤੱਕ ਕੌਣ ਲੈ ਕੇ ਆਏਗਾ, ਰॉ ਮਟੀਰੀਅਲ ਫੈਕਟਰੀਜ਼ ਤੱਕ ਕੌਣ ਲੈ ਕੇ ਆਏਗਾ। ਤਾਂ ਟਰਾਂਸਪੋਰਟ ਅਤੇ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ, ਪਰ ਇੰਡੀਆ ਦੇ ਵਿੱਚ ਇਸ ਚੀਜ਼ ਦੀ ਲੈਸ ਡਿਵੈਲਪਮੈਂਟ ਹੈ। ਜੇ ਆਪਾਂ ਗੱਲ ਕਰੀਏ ਡਿਵੈਲਪਮੈਂਟ ਇੰਡਸਟਰੀਜ਼ ਦੀ ਤਾਂ ਉਹਦੇ ਵਿੱਚ ਟਰਾਂਸਪੋਰਟ ਅਤੇ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ, ਉਹ ਫੁੱਲੀ ਡਿਵੈਲਪਡ ਹੋਣੇ ਚਾਹੀਦੇ ਨੇ ਤਾਂ ਕਿ ਰॉ ਮਟੀਰੀਅਲ ਵਗੈਰਾ ਫੈਕਟਰੀਜ਼ ਤੱਕ ਜਾ ਸਕੇ, ਫਿਰ ਜਿਹੜੇ ਗੁੱਡਸ ਫਿਨਿਸ਼ ਹੋ ਗਏ ਉਹ ਮਾਰਕੀਟ ਤੱਕ ਜਾ ਸਕਣ। ਬਟ ਇੰਡੀਆ ਦੇ ਵਿੱਚ ਡਿਵੈਲਪ ਹੀ ਨਹੀਂ ਹੈ। ਜਿਵੇਂ ਆਪਾਂ ਟੈਲੀਫੋਨ ਲੈ ਲਈਏ, ਟੈਲੀਗ੍ਰਾਮ ਲੈ ਲਈਏ, ਪੋਸਟੇਜ ਲੈ ਲਈਏ, ਇਹ ਵੀ ਇੱਕ ਸੈਟਿਸਫੈਕਸ਼ਨ ਲੈਵਲ ਤੱਕ ਡਿਵੈਲਪ ਨਹੀਂ ਹੋਏ, ਥੋੜ੍ਹੇ ਬਹੁਤੇ ਹੋਏ ਨੇ। ਜੇ ਆਪਾਂ ਫੋਰਨ ਟ੍ਰੇਡ ਦੀ ਗੱਲ ਕਰੀਏ ਤਾਂ ਵੀ ਆਪਾਂ ਫੋਰਨ ਸ਼ਿਪਸ 'ਤੇ ਹੀ ਡਿਪੈਂਡ ਆ। ਨੈਕਸਟ ਆਉਂਦਾ ਗੌਰਮੈਂਟ ਦਾ ਇੰਟਰਫੇਰੈਂਸ।
ਜਿਹੜੀ ਗਵਰਨਮੈਂਟ ਹੈ ਉਹ ਵੀ ਬਹੁਤ ਇੰਟਰਫੇਅਰ ਕਰਦੀ ਹੈ। ਆਪਾਂ 1991 ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀ ਗਵਰਨਮੈਂਟ ਰਿਸਟ੍ਰਿਕਸ਼ਨ ਸੀ, ਪਾਬੰਦੀਆਂ ਸੀ ਇੰਡਸਟਰੀਜ਼ ਦੇ ਉੱਤੇ। ਕੁਝ ਇੰਡਸਟਰੀਜ਼ ਨੂੰ ਤਾਂ ਅਲਾਉਡ ਹੀ ਨਹੀਂ ਸੀ ਪ੍ਰਾਈਵੇਟ ਸੈਕਟਰ ਦੇ ਵਿੱਚ ਸੈੱਟ ਹੋਣਾ। ਬਹੁਤ ਸਾਰੇ ਰਿਸਟ੍ਰਿਕਸ਼ਨ ਸੀਗੇ ਕਿ ਲਾਰਜ ਇੰਡਸਟਰੀਜ਼ ਨੂੰ ਆਪਾਂ ਐਕਸਪੈਂਡ ਨਹੀਂ ਕਰ ਸਕਦੇ, ਵਧਾ ਨਹੀਂ ਸਕਦੇ। ਬਹੁਤ ਸਾਰਾ ਟਾਈਮ ਵੇਸਟ ਹੁੰਦਾ ਸੀ ਗੌਰਮੈਂਟ ਤੋਂ ਅਪਰੂਵਲ ਲੈਣ ਦੇ ਵਿੱਚ ਤਾਂ ਕਿ ਉਹ ਇੰਡਸਟਰੀ ਸੈੱਟ ਕਰ ਸਕਣ। ਬਹੁਤ ਹੀ ਸਲੋ ਡਿਵੈਲਪਮੈਂਟ ਸੀ ਇੰਡਸਟਰੀਜ਼ ਦੀ ਕਿਉਂਕਿ ਗੌਰਮੈਂਟ ਬਹੁਤ ਇੰਟਰਫੇਅਰ ਕਰਦੀ ਸੀ। ਬਟ ਹੁਣ ਨਿਊ ਲਿਬਰਲ ਇੰਡਸਟਰੀਅਲ ਪੋਲਿਸੀ ਆਈ ਹੈ ਅਤੇ ਪ੍ਰੋਬਲਮ ਕਾਫੀ ਹੱਦ ਤੱਕ ਸੋਲਵ ਹੋ ਗਈ ਹੈ। ਨੈਕਸਟ ਆਉਂਦਾ ਰੋਲ ਆਫ ਗਵਰਨਮੈਂਟ ਫॉर ਐਨਕਰੇਜਮੈਂਟ ਆਫ ਇੰਡਸਟਰੀਅਲ ਡਿਵੈਲਪਮੈਂਟ ਇਨ ਇੰਡੀਆ। ਕਹਿੰਦੇ ਜਿਹੜੀ ਵੀ ਇੰਡੀਆ ਦੇ ਵਿੱਚ ਇੰਡਸਟਰੀਜ਼ ਡਿਵੈਲਪ ਹੋ ਰਹੀਆਂ ਨੇ ਉਹਨੂੰ ਐਨਕਰੇਜ ਕਰਨ ਲਈ, ਵਧਾਵਾ ਦੇਣ ਲਈ ਗੌਰਮੈਂਟ ਨੇ ਕੀ ਕੰਮ ਕੀਤੇ ਨੇ, ਸਾਨੂੰ ਵੀ ਦੇਖ ਲੈਣੇ ਆ। ਜਿਹੜਾ ਇੰਡੀਅਨ ਇਕਨੋਮੀ ਦਾ ਪੇਸ ਹੈ ਉਹਨੂੰ ਸਪੀਡ ਕਰਨ ਦੇ ਲਈ ਜਿਹੜਾ ਟਾਰਗੇਟ ਰੱਖਿਆ ਆਪਾਂ ਸੈਲਫ ਰਿਲਾਇੰਸ ਦਾ, ਉਹਨੂੰ ਅਚੀਵ ਕਰਨ ਦੇ ਲਈ ਜਾਂ ਜੋ ਵੀ ਰੁਜ਼ਗਾਰ ਦੇ ਜ਼ਰੀਏ ਨੇ ਉਹਨੂੰ ਇਨਕਰੀਜ਼ ਕਰਨ ਦੇ ਲਈ ਅਤੇ ਜਿਹੜੀ ਗੌਰਮੈਂਟ ਹੈ ਉਹਦੀ ਇਨਕਮ ਇਨਕਰੀਜ਼ ਕਰਨ ਦੇ ਲਈ ਜਿਹੜੀ ਇੰਡਸਟਰੀਜ਼ ਹੈ ਉਹਨਾਂ ਦਾ ਡਿਵੈਲਪ ਹੋਣਾ ਬਹੁਤ ਜ਼ਰੂਰੀ ਹੈ। ਕਿਹਦੇ ਅੰਦਰ ਇਹ ਸਾਰਾ ਕਿਹਦੇ ਅੰਦਰ ਹੋਇਆ? 5 ਈਅਰ ਪਲਾਨਸ ਦੇ ਅੰਡਰ। ਸੋ ਹੁਣ ਆਪਾਂ ਫਸਟ ਤੋਂ ਸਟਾਰਟ ਕਰਦੇ ਹਾਂ। ਫਸਟ ਆਪਣੇ ਕੋਲ ਹੈ ਪਬਲਿਕ ਸੈਕਟਰ ਆਊਟਲੇ ਡਿਊਰਿੰਗ 5 ਈਅਰ ਪਲਾਨ ਐਂਡ ਇਨਕਰੀਜ਼ ਇਨ ਇੰਡਸਟਰੀਅਲ ਪ੍ਰੋਡਕਸ਼ਨ ਗਰੋਥ। ਇਹਦੇ ਵਿੱਚ ਕਿ ਜਿਹੜੀ ਇੰਡੀਆ ਹੈ ਜਿਹੜਾ 5 ਈਅਰ ਪਲਾਨਸ ਚੱਲੇ ਸੀ 1951 ਦੇ ਚੱਲੇ ਸੀ। ਇਸ ਪ੍ਰੋਸੈਸ ਦੇ ਅੰਦਰ ਬਹੁਤ ਡਿਵੈਲਪਮੈਂਟ ਹੋਈ ਹੈ। ਜੇ ਆਪਾਂ ਗੱਲ ਕਰੀਏ ਬਹੁਤ ਜ਼ਿਆਦਾ ਹਿਊਜ ਅਮਾਊਂਟ ਆਫ ਮਨੀ ਯਾਨੀ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ ਜਿਹੜੀ ਮਨੀ ਹੈ ਉਹ ਇਨਵੈਸਟ ਕੀਤੀ ਗਈ ਇੰਡਸਟਰੀ ਨੂੰ ਡਿਵੈਲਪ ਕਰਨ ਦੇ ਲਈ ਪਬਲਿਕ ਸੈਕਟਰ ਦੇ ਉੱਤੇ ਫਸਟ 5 ਈਅਰ ਪਲਾਨ ਤੋਂ ਲੈ ਕੇ 8th 5 ਈਅਰ ਪਲਾਨ ਤੱਕ, ਜਿਹਦਾ ਰਿਜ਼ਲਟ ਕੀ ਹੈ ਇੰਡਸਟਰੀ ਜਿਹੜੀ ਹੈ ਕਾਫੀ ਹੱਦ ਤੱਕ ਡਿਵੈਲਪ ਹੋਈਆਂ ਨੇ। ਜੇ ਆਪਾਂ ਖਰਚੇ ਦੀ ਗੱਲ ਕਰੀਏ ਇੰਡਸਟਰੀਜ਼ ਤੇ ਪਬਲਿਕ ਸੈਕਟਰ ਦੇ ਅੰਦਰ ਉਹ ਇਨਕਰੀਜ਼ ਹੋ ਰਿਹਾ ਹੈ ਫਸਟ ਪਲਾਨ ਤੋਂ, ਜਿਹਦਾ ਰਿਜ਼ਲਟ ਕੀ ਹੈ ਇੰਡਸਟਰੀ ਦੀ ਜਿਹੜੀ ਪ੍ਰੋਡਕਸ਼ਨ ਹੋ ਰਹੀ ਹੈ, ਜੋ ਵੀ ਗੁਡਸ ਪ੍ਰੋਡਿਊਸ ਹੋ ਰਹੇ ਉਹਨਾਂ ਦਾ ਗਰੋਥ ਰੇਟ ਵੀ ਕੰਟੀਨਿਊਸਲੀ ਇਨਕਰੀਜ਼ ਹੋ ਰਿਹਾ ਹੈ। ਨੈਕਸਟ ਆਉਂਦਾ ਗੌਰਮੈਂਟ ਨੇ ਮੋਰ ਕ੍ਰੀਏਟਿਵ ਫੈਸਿਲਿਟੀਜ਼ ਪ੍ਰੋਵਾਈਡ ਕਰਵਾਈਆਂ ਨੇ। ਇੰਡਸਟਰੀਜ਼ ਦੀ ਡਿਵੈਲਪਮੈਂਟ ਨੂੰ ਤੇਜ਼ ਕਰਨ ਦੇ ਲਈ ਗੌਰਮੈਂਟ ਨੇ ਬਹੁਤ ਸਾਰੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਖੋਲ੍ਹੇ ਨੇ ਕੰਟਰੀ ਦੇ ਵਿੱਚ। ਇੱਥੇ ਆਪਾਂ ਨੂੰ ਬਹੁਤ ਸਾਰੇ ਨੇਮਸ ਦਿੱਤੇ ਹੋਏ ਹੈ, ਸੋ ਇੱਕ ਵਾਰ ਇਹਨਾਂ ਨੂੰ ਰੀਡ ਕਰ ਲੈਂਦੇ ਹਾਂ। ਜਿਵੇਂ ਕੈਫ ਇੰਡਸਟਰੀਅਲ ਫਾਈਨੈਂਸ ਕਾਰਪੋਰੇਸ਼ਨ 1948, ਨੈਕਸਟ ਹੈ ਨੈਸ਼ਨਲ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ 1954, ਰੀਫਾਈਨੈਂਸ ਕਾਰਪੋਰੇਸ਼ਨ 1958, ਇੰਡਸਟਰੀਅਲ ਕ੍ਰੈਡਿਟ ਐਂਡ ਇਨਵੈਸਟਮੈਂਟ ਕਾਰਪੋਰੇਸ਼ਨ ਆਫ ਇੰਡੀਆ ICICI 1955, Industrial Development Bank of India IDBI in 1964, Unit Trust of India and Small Industries and Development Corporation of India SIDCO। ਤੇ ਸਾਰੇ ਜਿੰਨੇ ਵੀ ਆਪਾਂ ਰੀਡ ਕੀਤੇ ਆ ਇਹਨਾਂ ਦੇ ਥਰੂ ਜਿਹੜੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੈ ਸਾਰੇ ਇਹਨਾਂ ਦੇ ਥਰੂ ਇੰਡਸਟਰੀਜ਼ ਫਾਈਨੈਂਸ਼ੀਅਲ ਰਿਕੁਆਇਰਮੈਂਟਸ ਜੋ ਵੀ ਜ਼ਰੂਰਤਾਂ ਨੇ ਫਾਈਨੈਂਸ਼ੀਅਲੀ ਉਹਨੂੰ ਪੂਰਾ ਕਰਦੀ ਹੈ। ਨੈਕਸਟ ਗੌਰਮੈਂਟ ਨੇ ਬੇਸਿਕ ਇੰਡਸਟਰੀਜ਼ ਨੂੰ ਵੀ ਇਸਟੈਬਲਿਸ਼ ਕੀਤਾ, ਸਥਾਪਨਾ ਕੀਤੀ ਹੈ। ਜਿਹੜੀ ਗੌਰਮੈਂਟ ਹੈ ਉਹਨੇ ਜ਼ਿਆਦਾਤਰ ਬੇਸਿਕ ਇੰਡਸਟਰੀ 'ਤੇ ਜ਼ਿਆਦਾ ਐਮਫਸਾਈਜ਼ ਕੀਤਾ ਹੈ ਤਾਂ ਕਿ ਜਿਹੜੀ ਇੰਡਸਟਰੀਜ਼ ਦੀ ਇਕਨੋਮਿਕ ਡਿਵੈਲਪਮੈਂਟ ਹੈ ਇੰਡੀਆ ਦੀ ਉਹ ਵੀ ਸਹੀ ਹੋ ਸਕੇ। देयर वर ओनली 5 यूनिट्स इन पब्लिक सैक्टर। जो आप 1951 की गल करिए उदों सिर्फ 5 यूनिट सीगे, पर 1996 के अंदर वो इंक्रीज़ हो गए 264 तक। जिवें आप जे कैपिटल इन्वेस्टमेंट की गल करिए, कैपिटल इन्वेस्टमेंट 29 करोड़ तो 118492 करोड़ हुई है। जो प्राइवेट सैक्टर है वो भी नाल डेवलप हो रहा है। सो इस नाल जो इंडिया है वो की बन रहा है, सैल्फ सफिशिएंट बन रहा है इंडस्ट्रीयल कंज्यूमर गुड्स के केस दे विच। नैक्सट है गौरमेंट ने मीनस ऑफ ट्रांसपोर्ट की भी डेवलपमेंट की है, जोड़े बहुत इंपॉर्टेंट होंगे इंडस्ट्रीयल डेवलपमेंट के लिए। जिवें आप गल करिए जो मीनस ऑफ ट्रांसपोर्ट है उन्होंने ट्रीमेंडसली डेवलप किया गया कंट्री के ताकि जी इंडस्ट्रीज है डिसेंट्रलाइज हो जाए, जो गुड्स है वो दूर दूर तक ईजीली पहुँचाए जा सकन। नैक्सट आता है डिवेलपमेंट ऑफ पावर सैक्टर। पावर सैक्टर को भी डिवेलप किया गया है। जब आप गल करिए सस्ती इलैक्ट्रिक पावर वो बहुत इंपॉर्टेंट है इंडस्ट्रीज की डेवलपमेंट के लिए। सो इस काम लिए प्रोजेक्ट किया गया सी एक सैट मल्टीपर्पज प्रोजेक्ट प्लान ते थर्मल पावर हाउस, ये दो सैट किए गए 5 ईयर प्लान के अंडर ताकि जी इलैक्ट्रिसिटी की प्रोडक्शन है वो इंक्रीज़ हो जाए। तो होया भी जी इलैक्ट्रिसिटी प्रोडक्शन है वो 5.5 बिलियन किलोवाट्स तो 1951 दे विच 296.7 बिलियन किलोवाट्स तक होगी 1996 के विच। सो जिवें इलैक्ट्रिसिटी प्रोडक्शन इंक्रीज़ हुई तो जी रिक्वायरमेंट इंडस्ट्री की भी फुलफिल हुई तो जी प्रोडक्शन है इंडस्ट्रीज की भी इंक्रीज़ हुई। नैक्सट आंदा है इन्वेंशन प्रमोशन तो इंपोर्ट सबसटीट्यूशन, यानी इन्वेंशन वधे तो जो इंपोर्ट है वो घट जाए इंडिया का। ये भी गौरमेंट ने बहुत कुछ किया है।
ਪ੍ਰਮੋਸ਼ਨ ਕਰਨ ਲਈ ਇਨਵੈਂਸ਼ਨਸ ਦੇ ਕੰਟਰੀ ਦੇ ਵਿੱਚ ਇਨਵੈਂਸ਼ਨ ਪ੍ਰਮੋਸ਼ਨ ਬੋਰਡ ਸੈਟਅਪ ਕੀਤਾ ਗਿਆ 1960 ਦੇ ਵਿੱਚ, ਤੇ ਜਿਹਦਾ ਮੇਨ ਆਬਜੈਕਟਿਵ ਕੀ ਸੀਗਾ ਕਿ ਉਹ ਫਾਈਨੈਂਸ਼ੀਅਲ ਤੇ ਟੈਕਨੀਕਲ ਅਸਿਸਟੈਂਸ ਪ੍ਰੋਵਾਈਡ ਕਰੇ ਇਨਵੈਂਸ਼ਨਸ ਦੇ ਲਈ। ਜੋ ਵੀ ਯਾਨੀ ਮਟੀਰੀਅਲ ਚਾਹੀਦਾ ਬਣਾਉਣ ਲਈ ਜਾਂ ਜੋ ਵੀ ਪੈਸੇ ਵਗੈਰਾ ਚਾਹੀਦੇ ਨੇ ਉਹ ਸਭ ਇੱਕ ਬੋਰਡ ਦਿੰਦਾ ਸੀਗਾ। ਸਿਮਿਲਰਲੀ ਜੇ ਆਪਾਂ ਗੱਲ ਕਰੀਏ ਸੈਲਫ ਸਫੀਸ਼ੀਐਂਸੀ ਰॉ ਮਟੀਰੀਅਲ ਦੇ ਕੇਸ ਦੇ ਵਿੱਚ ਪਾਉਣ ਲਈ ਤੇ ਨਵੇਂ ਟੈਕਨੀਕਸ ਨੂੰ ਅਪਣਾਉਣ ਦੇ ਲਈ ਫੋਰਨ ਕੰਟਰੀਜ਼ ਤੋਂ ਇੱਕ ਇੰਪੋਰਟ ਸਬਸਟੀਟਿਊਸ਼ਨ ਬੋਰਡ ਸੈੱਟ ਕੀਤਾ ਗਿਆ, ਜਿਹਦਾ ਮੇਨ ਪਰਪਸ ਕੀ ਸੀ ਇੰਪੋਰਟ ਨੂੰ ਰੋਕਣਾ, ਕਿ ਜੋ ਵੀ ਆਪਾਂ ਕੰਟਰੀ ਦੇ ਵਿੱਚ ਕਰ ਰਹੇ ਹਾਂ ਇੰਪੋਰਟ ਸਬਸਟੀਟਿਊਸ਼ਨ ਨੂੰ ਐਨਕਰੇਜ ਕਰਨਾ, ਤਾਂ ਕਿ ਜਿਹੜਾ ਇੰਪੋਰਟ ਆ ਘੱਟ ਹੋਵੇ, ਆਪਾਂ ਆਪਣੀ ਕੰਟਰੀ ਦੇ ਵਿੱਚ ਜ਼ਿਆਦਾ ਪ੍ਰੋਡਿਊਸ ਕਰੀਏ। ਨੈਕਸਟ ਹੈ ਇੰਡਸਟਰੀਅਲਾਈਜੇਸ਼ਨ ਆਫ ਬੈਕਵਰਡ ਏਰੀਆਜ਼। ਜਿਹੜੇ ਪਿਛੜੇ ਹੋਏ ਏਰੀਆ ਨੇ ਉਹਨਾਂ ਦੇ ਅੰਦਰ ਇੰਡਸਟਰੀਅਲਾਈਜੇਸ਼ਨ ਕੀਤੀ ਗਈ ਹੈ। ਮੇਨ ਸਟ੍ਰੈਸ ਦਿੱਤਾ ਗਿਆ ਹੈ ਇਹਨਾਂ ਦੇ ਉੱਤੇ ਬੈਕਵਰਡ ਏਰੀਆਜ਼ ਦੇ ਵਿੱਚ ਕਿ ਉੱਥੇ ਇੰਡਸਟਰੀਅਲਾਈਜੇਸ਼ਨ ਹੋਵੇ, ਤੇ ਇਸ ਚੀਜ਼ ਨੂੰ ਐਨਕਰੇਜ ਕਰਨ ਦੇ ਲਈ ਜਿਹੜੇ ਬੈਕਵਰਡ ਏਰੀਆਜ਼ ਨੇ ਉਹਨਾਂ ਦੇ ਵਿੱਚ ਇੰਡਸਟਰੀ ਸੈਟਅਪ ਕੀਤੀਆਂ ਗਈਆਂ ਨੇ। ਨੈਕਸਟ ਆਉਂਦਾ ਹੈ ਬਹੁਤ ਸਾਰੀ ਫੈਸਿਲਿਟੀਜ਼ ਦਿੱਤੀਆਂ ਗਈਆਂ ਨੇ, ਕ੍ਰੈਡਿਟ ਦਿੱਤੇ ਗਏ ਨੇ ਸਸਤੇ ਰੇਟ 'ਤੇ, ਸਪਲਾਈ ਦਿੱਤੀ ਗਈ ਇਲੈਕਟ੍ਰੀਸਿਟੀ ਦੀ, ਰॉ ਮਟੀਰੀਅਲ ਦਿੱਤਾ ਗਿਆ। ਬੈਕਵਰਡ ਏਰੀਆਜ਼ ਦੀ ਡਿਵੈਲਪਮੈਂਟ ਦੇ ਲਈ ਜਿਹੜਾ ਟਾਰਗੇਟ ਹੈ ਉਹ ਸੀਗਾ 100 ਡਿਵੈਲਪਮੈਂਟ ਸੈਂਟਰ ਤੇ ₹3000 ਕਰੋੜ ਆਫ ਇਨਵੈਸਟਮੈਂਟ ਅਰਨ ਮਾਰਕ ਕੀਤੀ ਗਈ ਸੀ 8th 5-year ਪਲਾਨ ਦੇ ਅੰਦਰ। ਨੈਕਸਟ ਆਉਂਦਾ ਹੈ ਰੀਨਿਊਵਲ ਆਫ 6 ਇੰਡਸਟਰੀਅਲ ਯੂਨਿਟਸ। ਜਿਹੜੀ ਵੀ ਇੰਡਸਟਰੀਜ਼ ਖਰਾਬ ਹੋ ਰਹੀਆਂ ਨੇ ਉਹਨਾਂ ਦਾ ਰੀਨਿਊਵਲ ਕਰਨਾ, ਉਹ ਸਾਰਾ ਗੌਰਮੈਂਟ ਨੇ ਕੀਤਾ। ਇੱਕ ਬੋਰਡ ਸੈੱਟ ਕੀਤਾ ਗਿਆ ਸੀ, ਬੋਰਡ ਆਫ ਇੰਡਸਟਰੀਅਲ ਫਾਈਨੈਂਸ ਐਂਡ ਰੀਕਨਸਟਰਕਸ਼ਨ ਐਂਡ ਨੈਸ਼ਨਲ ਰੀਨਿਊਵਲ ਫੰਡ, ਇਹ ਦੋਨੋਂ ਸੈੱਟ ਕੀਤੇ ਗਏ। ਜਿਹੜੀ ਗੌਰਮੈਂਟ ਹੈ ਉਹ ਕੀ ਕਰਦੀ ਸੀਗੀ, ਜਿਵੇਂ ਫੋਰ ਐਗਜ਼ਾਮਪਲ ਆਪਾਂ ਨੂੰ ਉਹਨੇ ਦਿੱਤਾ ਹੋਇਆ, ਜਿਹੜੀ ਗੌਰਮੈਂਟ ਹੈ ਉਹਨੇ 125 ਇੱਕ ਕਾਟਨ ਟੈਕਸਟਾਈਲ ਯੂਨਿਟਸ ਲਿੱਤੇ ਤੇ ਨੈਸ਼ਨਲ ਟੈਕਸਟਾਈਲ ਕਾਰਪੋਰੇਸ਼ਨ ਸੈੱਟ ਕੀਤੀ ਇਹਨਾਂ ਯੂਨਿਟਸ ਦੇ ਮੈਨੇਜਮੈਂਟ ਦੇ ਲਈ। ਸਿਮਿਲਰਲੀ ਬਹੁਤ ਸਾਰੇ ਐਫਰਟਸ ਸ਼ੁਰੂ ਕੀਤੇ ਗਏ 58 ਇੰਡਸਟਰੀਅਲ ਯੂਨਿਟਸ ਆਫ ਪਬਲਿਕ ਸੈਕਟਰ ਨੂੰ ਇਨੀਸ਼ੀਏਟ ਰੀਨਿਊਵਲ ਕਰਨ ਦੇ ਲਈ, ਜੋ ਕਿ ਲਾਸ ਦੇ ਵਿੱਚ ਚੱਲ ਰਹੀਆਂ ਸੀ। ਮੇਨ ਮਤਲਬ ਇਹ ਹੈ ਕਿ ਜਿਹੜੀ ਇੰਡਸਟਰੀਜ਼ ਲਾਸ ਦੇ ਵਿੱਚ ਚੱਲ ਰਹੀਆਂ ਨੇ, ਜੋ ਵੀ ਉਹਨਾਂ ਨੂੰ ਪ੍ਰੋਬਲਮ ਹੈ ਉਹਦੇ ਲਈ ਬੋਰਡ ਸੈੱਟ ਕੀਤੇ ਗਏ, ਉਹਨਾਂ ਨੂੰ ਦੇਖ ਕੇ ਸਹੀ ਕਰਨ। ਨੈਕਸਟ ਆਉਂਦਾ 1992 to 93 ਜਿਹੜਾ ਲੋਨ ਹੈ 500 ਕਰੋੜ ਦਾ ਉਹ ਦਿੱਤਾ ਗਿਆ ਕੰਸੈਸ਼ਨਲ ਰੇਟਸ 'ਤੇ, ਕਿਹਨੂੰ, ਨੈਸ਼ਨਲ ਰੀਨਿਊਵਲ ਫੰਡ ਨੂੰ, ਕਿਹਦੇ ਦੁਆਰਾ, ਇੰਟਰਨੈਸ਼ਨਲ ਡਿਵੈਲਪਮੈਂਟ ਏਜੰਸੀ ਦੁਆਰਾ। ਸੋ ਇਸ ਚੈਪਟਰ ਦਾ ਲਾਸਟ ਪੈਰਾ ਆਉਂਦਾ ਆਪਣੇ ਕੋਲ ਇਸਟੈਬਲਿਸ਼ਮੈਂਟ ਆਫ ਟੈਕਨੀਕਲ ਡਿਵੈਲਪਮੈਂਟ ਬੋਰਡ। ਟੈਕਨੀਕਲ ਡਿਵੈਲਪਮੈਂਟ ਬੋਰਡ ਜਿਹੜਾ ਹੈ 1976 ਦੇ ਵਿੱਚ ਇਸਟੈਬਲਿਸ਼ ਕੀਤਾ ਗਿਆ। ਇਹਦਾ ਮੇਨ ਕੰਮ ਇਹੀ ਸੀਗਾ ਕਿ ਇੰਡਸਟਰੀਅਲ ਯੂਨਿਟਸ ਨੂੰ ਮਾਡਰਨ ਕਰੇ, ਮਾਡਰਨਾਈਜੇਸ਼ਨ ਕਰੇ, ਤੇ ਜਿਹੜੀ ਵੀ ਟੈਕਨੋਲੋਜੀ ਆ ਉਹਨੂੰ ਅਪਗ੍ਰੇਡ ਕਰੋ, ਯਾਨੀ ਅਪਗ੍ਰੇਡ ਯਾਨੀ ਉਹਨੂੰ ਹੋਰ ਉੱਚਾ ਚੱਕੋ ਦਾ ਲੈਵਲ, ਜਿੰਨਾ ਹੋ ਸਕੇ ਉਹਨੂੰ ਐਡਵਾਂਸ ਕਰਦੇ ਜਾਓ, ਤਾਂ ਉਹ ਕਰਦਾ ਸੀਗਾ। ਨੈਕਸਟ ਹੈ इंडस्ट्रियल कैपिटल गुड्स है या टेक्निकल नॉलेज है, ड्राइंग है, डिज़ाइंस है, कंसल्टेंसी सर्विसेज है फॉरेन कंट्रीज। तो ये सारा जोड़ा है वो कौन देख रहा सी, बोर्ड देख रहा सीगा। नैक्सट आंदा है जिहड़ी लिमिट है ₹2 करोड़ पर एनम फिक्स की गई सी इंपोर्ट के लिए, जिहड़े मेन इसेंशियल गुड्स हैं जिन्होंने आप अपग्रेड करना चाहते हैं टैक्नोलॉजी के। नैक्सट आंदा रिक्वायरमेंट्स ਨੂੰ देखते हुए ਜਿਹੜੀ परमिशन है इंपोर्ट कैपिटल गुड्स की एक्सीड भी कर जाती है, इस लिमिट तो आप कर सकते हैं। सो लास्ट पैरा हुण आ रहा है न्यू इंडस्ट्रीयल पॉलिसी एंड इंडस्ट्रीयल डेवलपमेंट इन जुलाई 1991। ਜਿਹੜੇ क्रांतिकारी चेंजिज है यानी रेवोल्यूशनरी चेंजिज है मेड किए गए इंडस्ट्रीयल पॉलिसी के अंदर। जे आप हुण गल करिए 18 इंडस्ट्रीज ਨੂੰ ਛੱਡ ਕੇ ਹੋਰ ਕਿਸੇ ਇੰਡਸਟਰੀ ਨੂੰ ਲਾਇਸੈਂਸ ਦੀ ਲੋੜ ਨਹੀਂ ਹੈ ਸੈੱਟ ਹੋਣ ਦੇ ਲਈ, ਮਤਲਬ ਕੋਈ ਵੀ ਇੰਡਸਟਰੀ ਸੈੱਟ ਕਰਨਾ ਚਾਹੁੰਦੇ ਹਨ 18 ਇੰਡਸਟਰੀਜ਼ ਨੂੰ ਛੱਡ ਕੇ ਹੋਰ ਕਿਸੇ ਨੂੰ ਵੀ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ। 1999 ਦੇ ਅੰਦਰ 6 ਇੰਡਸਟਰੀਜ਼ ਰਹਿ ਗਈ ਸੀ ਜਿਨ੍ਹਾਂ ਨੂੰ ਲਾਇਸੈਂਸ ਦੀ ਲੋੜ ਸੀਗੀ ਜੇ ਆਪਾਂ ਉਸ ਚੀਜ਼ ਦੀ ਇੰਡਸਟਰੀ ਖੋਲ੍ਹਣੀ ਹੈ। ਤੇ ਆਪਾਂ ਗੱਲ ਕਰੀਏ ਇਸ ਲਿਬਰਲ ਪੋਲਿਸੀ ਐਫਰਟਸ ਦੇ ਕਾਰਨ ਐਨਕਰੇਜ ਕੀਤਾ ਗਿਆ ਫੋਰਨ ਇਨਵੈਸਟਮੈਂਟ ਨੂੰ, ਤੇ ਇਸ ਪੋਲਿਸੀ ਦੇ ਨਾਲ ਜਿਹੜੇ ਐਫਰਟਸ ਆ ਬਣਾਏ ਗਏ ਤਾਂ ਕਿ ਜਿਹੜੀ ਪ੍ਰਾਈਵੇਸ਼ਨ ਹੈ ਉਹ ਵਧੇ ਤੇ ਜਿਹੜੀ ਇਕਨੋਮੀ ਹੈ ਉਹ ਫ੍ਰੀ ਮਾਰਕੀਟ ਇਕਨੋਮੀ ਦੀ ਤਰਫ ਵਧੇ। ਹਰ ਪੋਸੀਬਲ ਐਫਰਟ ਜਿਹੜਾ ਹੈ ਉਹ ਕੀਤਾ ਗਿਆ ਪਬਲਿਕ ਸੈਕਟਰ ਨੂੰ ਇੰਪਰੂਵ ਕਰਨ ਦੇ ਲਈ। ਸੋ ਲਾਸਟ ਆਪਣੇ ਕੋਲ ਇੱਕੋ ਹੀ ਗੱਲ ਆਉਂਦੀ ਹੈ ਕਿ ਇਹ ਸਾਰੇ ਵੇਜ਼ ਦੇ ਨਾਲ ਜਿਹੜੀ ਗੌਰਮੈਂਟ ਹੈ ਇਹਨੇ ਐਨਕਰੇਜ ਕੀਤਾ ਇੰਡਸਟਰੀਅਲ ਡਿਵੈਲਪਮੈਂਟ ਨੂੰ ਇੰਡੀਆ ਦੇ ਵਿੱਚ, ਜਿਹਦਾ ਰਿਜ਼ਲਟ ਕੀ ਹੈ ਇੰਡੀਆ ਆਲਮੋਸਟ ਸੈਲਫ ਸਫੀਸ਼ੀਐਂਟ ਇੰਡਸਟਰੀਅਲ ਗੁੱਡਸ ਦੇ ਵਿੱਚ ਹੋ ਚੁੱਕਿਆ। सो ये चैप्टर अपना फिनिश होंदा है। वीडियो पसंद आई तो वीडियो लाइक करो, शेयर करो, कमेंट करो तो चैनल को सबसक्राइब करो। थैंक्स फॉर वॉचिंग द वीडियो।